BA third year students. Today we are going to start Supreme Court of the India. बेटा हर एक देश ਦੇ ਵਿੱਚ ਇੱਕ ਸੁਪਰੀਮ ਕੋਰਟ ਹੁੰਦਾ ਹੈ, ਠੀਕ ਹੈ। ਆਪਣੀ ਇੰਡੀਆ ਦੇ ਵਿੱਚ ਵੀ ਇੱਕ ਸੁਪਰੀਮ ਕੋਰਟ ਹੈ। ਸੁਪਰੀਮ ਕੋਰਟ ਨੂੰ ਅਸੀਂ ਉੱਚਤਮ ਨਿਆਲੇ ਵੀ ਕਹਿੰਦੇ ਹਾਂ, ਠੀਕ ਹੈ। ਉੱਚਤਮ ਨਿਆਲੇ ਔਰ ਉੱਚ ਨਿਆਲੇ ਦੋਨਾਂ ਦੇ ਵਿੱਚ ਬੇਟਾ ਡਿਫਰੈਂਸ ਹੈ। ਉੱਚ ਨਿਆਲੇ ਔਰ ਉੱਚਤਮ ਨਿਆਲੇ ਦੇ ਵਿੱਚ ਡਿਫਰੈਂਸ ਹੈ। ਉੱਚ ਨਿਆਲੇ ਜਿਹੜਾ ਹੁੰਦਾ ਹੈ ਅਸੀਂ ਉਸਨੂੰ ਕਹਿੰਦੇ ਹਾਂ ਹਾਈ ਕੋਰਟ, ਅਤੇ ਉੱਚਤਮ ਨਿਆਲੇ ਜਿਹੜਾ ਹੈਗਾ ਅਸੀਂ ਉਸਨੂੰ ਕਹਿੰਦੇ ਹਾਂ ਸੁਪਰੀਮ ਕੋਰਟ। ਆਪਣੇ ਇੰਡੀਆ ਦੇ ਵਿੱਚ ਵੀ ਇੱਕ ਸੁਪਰੀਮ ਕੋਰਟ ਹੈ ਜਿਹਦਾ ਮੇਨ ਆਫਿਸ ਕਿੱਥੇ ਹੈ? ਦਿੱਲੀ ਦੇ ਵਿੱਚ ਹੈ ਨਾ। ਸੁਪਰੀਮ ਕੋਰਟ ਦੇ ਜੱਜਿਸ ਜਦੋਂ ਬੇਟਾ ਸੰਵਿਧਾਨ ਬਣਿਆ ਸੀ, ਜਦੋਂ ਇਹਦੀ ਸ਼ੁਰੂਆਤ ਹੋਈ ਸੀ, ਉਦੋਂ ਸ਼ੁਰੂਆਤੀ ਦੇ ਟਾਈਮ 'ਤੇ ਇਹਦੇ ਜੱਜਾਂ ਦੀ ਗਿਣਤੀ 8 ਸੀਗੀ। ਪਰ ਜਿਉਂ-ਜਿਉਂ ਇਹਨਾਂ ਦਾ ਕਾਰਜਭਾਰ ਵੱਧਦਾ ਗਿਆ, ਜਿਉਂ-ਜਿਉਂ ਇਹਨਾਂ ਦਾ ਵਰਕਲੋਡ ਵੱਧਦਾ ਗਿਆ, ਉਵੇਂ-ਉਵੇਂ ਜੱਜਾਂ ਦੀ ਗਿਣਤੀ ਵੀ ਜਿਹੜੀ ਹੈਗੀ ਆ ਹੌਲੀ-ਹੌਲੀ ਇਨਕਰੀਜ਼ ਹੁੰਦੀ ਰਹੀ। ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਸਾਡੇ ਕੋਲ 31 ਜੱਜ ਨੇ ਸੁਪਰੀਮ ਕੋਰਟ ਦੇ ਵਿੱਚ। 31 ਦੇ ਵਿੱਚੋਂ ਇੱਕ ਮੇਨ ਜੱਜ ਹੁੰਦਾ ਹੈ ਅਤੇ 30 ਜਿਹੜੇ ਹੈਗੇ ਨੇ ਉਹ ਅਦਰ ਜੱਜਿਸ ਹੁੰਦੇ ਨੇ, ਠੀਕ ਹੈ। ਤੁਹਾਡਾ ਹੋਮਵਰਕ ਇਹ ਹੈ ਕਿ ਮੈਨੂੰ ਕੱਲ੍ਹ ਇੰਡੀਆ ਦੇ ਸੁਪਰੀਮ ਕੋਰਟ ਦੇ ਜੱਜ ਦਾ ਨਾਮ ਤੁਸੀਂ ਮੈਨੂੰ ਇਸ ਕੁਐਸਚਨ ਦੇ ਥੱਲੇ ਲਿਖ ਕੇ ਭੇਜੋਗੇ, ਠੀਕ ਹੈ। ਇਸ ਆਨਸਰ ਦੇ ਥੱਲੇ ਲਿਖ ਕੇ ਭੇਜੋਗੇ ਆਪਣੀ ਨੋਟਬੁੱਕ ਦੇ ਵਿੱਚ। ਉਸ ਤੋਂ ਬਾਅਦ ਹੈ ਬੇਟਾ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਪ੍ਰੈਜ਼ੀਡੈਂਟ ਕਰਦਾ ਹੈ। ਔਰ ਇਹਨਾਂ ਨੂੰ ਆਪਣੀ ਪਦਵੀ ਤੋਂ ਹਟਾਉਂਦਾ ਵੀ ਕੌਣ ਹੈ? ਰਾਸ਼ਟਰਪਤੀ ਹੀ ਹਟਾਉਂਦਾ ਹੈ। ਇਹਦੇ ਵਿੱਚ ਬੇਟਾ ਇਹ ਕਿ ਸੁਪਰੀਮ ਕੋਰਟ ਦੇ ਵਿੱਚ ਨੋ ਏਜ ਲਿਮਿਟ, ਯਾਨੀ ਕਿ ਤੁਹਾਡੀ ਨਿਊਨਤਮ ਸੀਮਾ ਜਿਹੜੀ ਹੈਗੀ ਆ ਉਹ ਨਹੀਂ ਰੱਖੀ ਗਈ। ਕੋਈ ਵੀ ਪਰਸਨ ਕਿਸੇ ਵੀ ਏਜ ਦੇ ਵਿੱਚ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਦਾ ਜੱਜ ਬਣ ਸਕਦਾ ਹੈ, ਲੇਕਿਨ ਇਹਨਾਂ ਦੀ ਡੇਟ ਆਫ ਰਿਟਾਇਰਮੈਂਟ ਜ਼ਰੂਰ ਹੈ, ਠੀਕ ਹੈ। ਲੋਐਸਟ ਲਿਮਿਟ ਨਹੀਂ ਹੈ ਲੇਕਿਨ ਅੱਪਰ ਲਿਮਿਟ ਜ਼ਰੂਰ ਹੈ ਕਿ ਹਰ ਇੱਕ ਜੱਜ ਜਿਹੜਾ ਹੈਗਾ ਸੁਪਰੀਮ ਕੋਰਟ ਦਾ 65 ਸਾਲ ਦੀ ਉਮਰ ਤੱਕ ਆਪਣੀ ਪਦਵੀ 'ਤੇ ਵਿਰਾਜਮਾਨ ਰਹਿੰਦਾ ਹੈ। ਇਹ ਨਹੀਂ ਹੈ ਕਿ 65 ਸਾਲ ਦੀ ਉਮਰ ਹੈ ਅਤੇ 65 ਸਾਲ ਦੀ ਉਮਰ ਤੱਕ ਹੀ ਰਹੇਗਾ। ਇਹ ਆਪਣੀ ਮਰਜ਼ੀ ਤੋਂ ਪਹਿਲਾਂ ਜਿਹੜਾ ਹੈਗਾ ਆਪਣੀ ਮਰਜ਼ੀ ਨਾਲ ਅਸਤੀਫਾ ਵੀ ਦੇ ਸਕਦੇ ਨੇ। ਅਤੇ ਦੂਜੀ ਗੱਲ ਇਹ ਹੈ 65 ਸਾਲ ਤੋਂ ਪਹਿਲਾਂ ਅਗਰ ਇਹ ਆਪਣਾ ਕੰਮ ਅਕੋਰਡਿੰਗ ਟੂ ਦ ਕੌਨਸਟੀਟਿਊਸ਼ਨ ਨਹੀਂ ਕਰਦੇ ਤਾਂ ਇਹਨਾਂ ਨੂੰ ਇਹਨਾਂ ਦੀ ਪਦਵੀ ਤੋਂ ਹਟਾਇਆ ਵੀ ਜਾ ਸਕਦਾ ਹੈ। ਅਗਰ ਬੇਟਾ ਰਾਸ਼ਟਰਪਤੀ ਇਹਨਾਂ ਦੀ ਇਲੈਕਸ਼ਨ ਕਰਦਾ ਹੈ ਤਾਂ ਰਾਸ਼ਟਰਪਤੀ ਹੀ ਜਿਹੜਾ ਹੈਗਾ ਉਹ ਇਹਨਾਂ ਦੀ ਪਦਵੀ ਤੋਂ ਹਟਾਉਂਦਾ ਹੈ। ਸਮਝ ਆ ਗਈ? ਉਸ ਤੋਂ ਬਾਅਦ ਹੈ ਬੇਟਾ ਕਿ ਇਹਨਾਂ ਜੱਜਿਸ ਦੀਆਂ ਕੁਆਲੀਫਿਕੇਸ਼ਨ ਕਿਹੜੀਆਂ ਹੁੰਦੀਆਂ ਨੇ, ਕਿਹੜੀਆਂ ਕੁਆਲੀਫਿਕੇਸ਼ਨ ਨੇ ਜਿਨ੍ਹਾਂ ਨੂੰ ਮੁੱਖ ਰੱਖਦੇ ਹੋਏ ਕਿਸੇ ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਕੀਤੀ ਜਾਂਦੀ ਹੈ। ਨੰਬਰ 1, ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਹੀ ਮਸਟ ਬੀ ਅ ਸਿਟੀਜ਼ਨ ਆਫ ਇੰਡੀਆ, ਠੀਕ ਹੈ। ਉਸ ਤੋਂ ਬਾਅਦ ਹੈ ਉਹ ਘੱਟ ਤੋਂ ਘੱਟ 5 ਸਾਲ ਤੱਕ ਕਿਸੇ ਹਾਈ ਕੋਰਟ ਦਾ ਜੱਜ ਰਿਹਾ ਹੋਵੇ, ਯਾਨੀ ਕਿ ਪਹਿਲੀ ਕੰਡੀਸ਼ਨ ਇਹ ਹੈ ਕਿ ਉਹ 5 ਸਾਲ ਤੱਕ ਹਾਈ ਕੋਰਟ ਦਾ ਜੱਜ ਰਹਿਣਾ ਚਾਹੀਦਾ ਹੈ। ਅਗਰ ਇਹ ਨਹੀਂ ਹੈ ਤਾਂ 10 ਸਾਲ ਤੱਕ ਉਹ ਕਿਸੇ ਵੀ ਹਾਈ ਕੋਰਟ ਦੇ ਵਿੱਚ ਵਕਾਲਤ ਕਰ ਚੁੱਕਿਆ ਹੋਵੇ। ਔਰ ਰਾਸ਼ਟਰਪਤੀ ਦੀ ਨਜ਼ਰਾਂ ਦੇ ਵਿੱਚ ਇੱਕ ਉੱਚਾ ਕਾਨੂੰਨਦਾਰ ਹੋਵੇ, ਮਤਲਬ ਉਸਨੂੰ ਕਾਨੂੰਨ ਦੀ ਲਾਅ ਦੀ ਪੂਰੀ ਤਰ੍ਹਾਂ ਨੌਲੇਜ ਹੋਵੇ। ਜੱਜਾਂ ਦਾ ਕਾਰਜਕਾਲ ਜਿਵੇਂ ਮੈਂ ਤੁਹਾਨੂੰ ਦੱਸ ਸਕੀ ਹੈ ਕਿ 65 ਸਾਲ ਦੀ ਪੂਰੀ ਉਮਰ ਤੱਕ ਆਪਣੀ ਪਦਵੀ 'ਤੇ ਵਿਰਾਜਮਾਨ ਰਹਿੰਦੇ ਹਨ। ਅਹੁਦੇ ਤੋਂ ਵੱਖ ਕਰਨ ਦੀ ਵਿਧੀ ਵੀ ਰਾਸ਼ਟਰਪਤੀ ਹੀ ਇਹਨਾਂ ਨੂੰ ਅਹੁਦੇ ਤੋਂ ਵੱਖ ਕਰਦਾ ਹੈ। ਉਸ ਤੋਂ ਬਾਅਦ ਹੈ ਬੇਟਾ ਇਹਨਾਂ ਦੀ ਇੱਕ ਸਪੈਸ਼ਲ ਹੈਗਾ ਕਿ ਰਿਟਾਇਰ ਹੋਣ ਦੇ ਪਿੱਛੋਂ ਇਹ ਵਕਾਲਤ ਨਹੀਂ ਕਰ ਸਕਦੇ, ਯਾਨੀ ਕਿ ਅਗਰ ਕੋਈ ਵੀ ਪਰਸਨ, ਕੋਈ ਵੀ ਜਿਹੜਾ ਜੱਜ ਹੈ ਅਗਰ ਉਹ ਰਿਟਾਇਰ ਹੋ ਜਾਂਦਾ ਹੈ ਤਾਂ ਉਹ ਰਿਟਾਇਰ ਹੋਣ ਦੇ ਵਿੱਚੋਂ ਵਕਾਲਤ ਨਹੀਂ ਕਰ ਸਕਦਾ ਹੈਗਾ, ਠੀਕ ਹੈ। ਜੱਜਾਂ ਦੇ ਵਿਸ਼ੇਸ਼ ਅਧਿਕਾਰ ਕਿ ਸੁਪਰੀਮ ਕੋਰਟ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣ ਕਰਨ ਵਾਲੇ ਅਦਾਲਤ ਦੀ ਮਾਣ ਹਾਨੀ ਦਾ ਮੁਕੱਦਮਾ ਚਲਾਇਆ ਜਾ ਸਕਦਾ ਹੈ। ਅਗਰ ਬੇਟਾ ਰਾਸ਼ਟਰਪਤੀ ਹੀ ਇਹਨਾਂ ਨੂੰ ਪਦਵੀ ਤੋਂ ਹਟਾਉਂਦਾ ਹੈ, ਰਾਸ਼ਟਰਪਤੀ ਹੀ ਇਹਨਾਂ ਨੂੰ ਇਲੈਕਟ ਕਰਦਾ ਹੈ ਅਤੇ ਇਹਨਾਂ ਨੂੰ ਅਹੁਦੇ ਦੀ ਸਹੁੰ ਵੀ ਜਿਹੜੀ ਹੈਗੀ ਉਹ ਕੌਣ ਚੁਕਾਉਂਦਾ ਹੈ? ਰਾਸ਼ਟਰਪਤੀ ਹੀ ਚੁਕਾਉਂਦਾ ਹੈ। ਸੁਪਰੀਮ ਕੋਰਟ ਦਾ ਜੱਜ ਦਾ ਸਥਾਨ ਕਿੱਥੇ ਹੈ? ਦਿੱਲੀ ਦੇ ਵਿੱਚ ਹੈ, ਪਰੰਤੂ ਲੋੜ ਪੈਣ 'ਤੇ ਮੁੱਖ ਜੱਜ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਦੇ ਨਾਲ ਇਸ ਦੀ ਬੈਠਕ ਕਿਸੇ ਹੋਰ ਸਥਾਨ 'ਤੇ ਵੀ ਕਰ ਸਕਦਾ ਹੈ। ਫੰਕਸ਼ਨਸ ਐਂਡ ਦ ਪਾਵਰਸ ਆਫ ਦੀ ਸੁਪਰੀਮ ਕੋਰਟ। ਬੇਟਾ ਸੁਪਰੀਮ ਕੋਰਟ ਦੇ ਵਿੱਚ 2 ਕੰਮ ਜਿਹੜੇ ਹੈਗੇ ਨੇ, ਇਹਦੇ ਕੰਮਾਂ ਨੂੰ 2 ਭਾਗਾਂ ਦੇ ਵਿੱਚ ਅਸੀਂ ਵੰਡਿਆ ਹੈ। ਨੰਬਰ 1 ਇਜ਼ ਦ ਓਰੀਜਨਲ ਜਸਟਿਕਸ਼ਨਸ ਐਂਡ ਦ ਅਪੀਲੀ, ਯਾਨੀ ਕਿ ਮੌਲਿਕ ਅਧਿਕਾਰ ਖੇਤਰ ਔਰ ਅਪੀਲੀ ਅਧਿਕਾਰ ਖੇਤਰ। ਮੌਲਿਕ ਅਧਿਕਾਰ ਖੇਤਰ ਉਹ ਖੇਤਰ ਹੈ ਜਿਹੜਾ ਏਰੀਆ ਸਿਰਫ ਔਰ ਸਿਰਫ ਸੁਪਰੀਮ ਕੋਰਟ ਦੇ ਅੰਡਰ ਹੀ ਆਉਂਦਾ ਹੈ। ਜਿਹੜੀਆਂ ਜੱਜਿਸ ਨੇ, ਜਿਹੜੇ ਫੈਸਲੇ ਨੇ ਉਹ ਸੁਪਰੀਮ ਕੋਰਟ ਹੀ ਲੈਂਦਾ। ਉਹ ਕਿਹੜੇ ਨੇ? ਨੰਬਰ 1 ਪਹਿਲਾ ਹੈ ਕਿ ਭਾਰਤ ਸਰਕਾਰ ਇੱਕ ਜਾਂ ਇੱਕ ਤੋਂ ਵਧੇਰੇ ਰਾਜਾਂ ਦੇ ਵਿੱਚ ਆਪਸ ਦੇ ਵਿੱਚ ਝਗੜੇ, ਯਾਨੀ ਕਿ ਅਗਰ ਇੱਕ ਜਾਂ ਇੱਕ ਤੋਂ ਵੱਧ ਸਟੇਟਸ ਦੇ ਵਿੱਚ ਅਗਰ ਕੋਈ ਝਗੜੇ ਹੋ ਜਾਂਦੇ ਨੇ ਤਾਂ ਉਹਦਾ ਫੈਸਲਾ ਕੌਣ ਕਰਦਾ ਹੈ? ਸੁਪਰੀਮ ਕੋਰਟ। ਜਿਵੇਂ ਪੰਜਾਬ ਔਰ ਹਰਿਆਣਾ ਵਿੱਚ ਪਾਣੀ ਨੂੰ ਲੈ ਕੇ ਝਗੜਾ ਹੁੰਦਾ ਨਾ, ਤਾਂ ਉਹਦਾ ਫੈਸਲਾ ਜਿਹੜਾ SYL ਸਤਲੁਜ ਯਮੁਨਾ ਲਿੰਕ, ਤਾਂ ਉਹਦਾ ਫੈਸਲਾ ਕੌਣ ਕਰਦਾ ਹੈ? ਸੁਪਰੀਮ ਕੋਰਟ ਕਰਦੀ ਹੈ। ਦੂਸਰਾ, ਅਜਿਹੇ ਝਗੜੇ ਜਿਨ੍ਹਾਂ ਦੇ ਵਿੱਚ ਇੱਕ ਪਾਸੇ ਭਾਰਤ ਸਰਕਾਰ ਅਤੇ ਦੂਜੇ ਪਾਸੇ ਇੱਕ ਰਾਜ ਹੋਵੇ, ਯਾਨੀ ਕਿ ਅਗਰ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਦੇ ਵਿੱਚ ਝਗੜਾ ਹੈ ਉਹਦਾ ਫੈਸਲਾ ਵੀ ਕੌਣ ਕਰਦਾ ਹੈ? ਸੁਪਰੀਮ ਕੋਰਟ ਕਰਦੀ ਹੈ। ਅਜਿਹੇ ਝਗੜੇ ਜਿਨ੍ਹਾਂ ਦੇ ਵਿੱਚ 2 ਜਾਂ 2 ਤੋਂ ਵੱਧ ਰਾਜ ਸ਼ਾਮਿਲ ਹੋਣ, ਇਹਨਾਂ ਦਾ ਫੈਸਲਾ ਵੀ ਕੌਣ ਕਰਦੀ ਹੈ? ਸੁਪਰੀਮ ਕੋਰਟ ਹੀ ਕਰਦੀ ਹੈ।
ਵੱਖ-ਵੱਖ ਰਾਜਾਂ ਵਿੱਚ ਪੈਦਾ ਹੋਣ ਵਾਲੇ ਰਾਜਨੀਤਿਕ ਝਗੜੇ, ਅੰਤਰਜਾਤੀ ਨਦੀਆਂ, ਪਾਣੀਆਂ ਦੇ ਝਗੜੇ, ਸੰਧੀਆਂ, ਸਮਝੌਤੇ, ਸਦਨ ਆਦਿ ਨਾਲ ਸੰਬੰਧਿਤ ਹੋਣ ਵਾਲੇ ਸਾਰੇ ਹੀ ਝਗੜੇ ਜਿਹੜੇ ਹੈਗੇ ਨੇ ਉਹ ਕਿਹਦੇ ਵਿੱਚ ਆਉਂਦੇ ਨੇ, ਸੁਪਰੀਮ ਕੋਰਟ ਦੇ ਵਿੱਚ ਆਉਂਦੇ ਨੇ। ਦੂਜਾ ਬੇਟਾ ਇਹਦਾ ਸਭ ਤੋਂ ਮੇਨ ਕੰਮ ਹੈ ਮੌਲਿਕ ਅਧਿਕਾਰਾਂ ਦੀ ਰਾਖੀ, ਪ੍ਰੋਟੈਕਸ਼ਨਸ ਆਫ ਦ ਫੰਡਾਮੈਂਟਲ ਰਾਈਟਸ, ਯਾਨੀ ਕਿ ਅਗਰ ਸੁਪਰੀਮ ਕੋਰਟ ਦੇ ਵਿੱਚ ਜੋ ਵੀ ਫੈਸਲੇ ਆਉਂਦੇ ਨੇ ਮੌਲਿਕ ਅਧਿਕਾਰਾਂ ਨਾਲ, ਫੰਡਾਮੈਂਟਲ ਨਾਲ ਰਿਲੇਟਡ ਫੈਸਲੇ ਜਿਹੜੇ ਆਉਂਦੇ ਨੇ ਉਹ ਕਿਹਦੇ ਅੰਡਰ ਆਉਂਦੇ ਨੇ, ਸਿਰਫ ਔਰ ਸਿਰਫ ਸੁਪਰੀਮ ਕੋਰਟ ਦੇ ਵਿੱਚ ਆਉਂਦੇ ਨੇ। ਅਪੀਲੀ ਅਧਿਕਾਰ ਖੇਤਰ, ਅਪੀਲੀ ਅਧਿਕਾਰ ਖੇਤਰ ਉਹ ਖੇਤਰ ਜਿਹੜੇ ਕਿ ਅਪੀਲ ਜਦੋਂ ਕੋਈ ਵੀ ਜੱਜ ਜਿਹੜਾ ਹੈਗਾ ਜਾਂ ਕੋਈ ਵੀ ਹੇਠਲੀ ਅਦਾਲਤ ਸੁਪਰੀਮ ਕੋਰਟ ਨੂੰ ਇਹ ਅਪੀਲ ਕਰਦੀ ਹੈ ਕਿ ਇਹ ਫੈਸਲਾ ਉਹ ਆਪਣੇ ਅੰਡਰ ਲਵੇ ਜਾਂ ਇਹ ਕੇਸ ਉਹ ਆਪਣੇ ਅੰਡਰ ਲਵੇ, ਉਹਨਾਂ ਨੂੰ ਕਿਹਾ ਜਾਂਦਾ ਹੈ ਅਪੀਲੀ ਅਧਿਕਾਰ ਖੇਤਰ। ਨੰਬਰ 1 ਸੰਵਿਧਾਨਿਕ ਅਪੀਲਾਂ, ਜਿਸ ਕੇਸ ਦੇ ਵਿੱਚ ਹਾਈ ਕੋਰਟ ਜਾਂ ਅਦਰ ਕੋਰਟਸ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਪੂਰੇ ਸੰਵਿਧਾਨ ਦੀ ਵਿਆਖਿਆ ਕਰਨ ਦੀ ਲੋੜ ਹੈ ਤਾਂ ਇਹਦੇ ਵਿੱਚ ਜਿਹੜੇ ਫੈਸਲੇ ਨੇ ਉਹ ਕੌਣ ਲੈਂਦਾ ਹੈ, ਸੁਪਰੀਮ ਕੋਰਟ। ਸਿਵਲ ਅਪੀਲਸ, ਅਗਰ ਕੋਈ ਸਿਵਲ ਅਪੀਲਸ ਨੇ ਜਾਂ ਕੋਈ ਵੀ ਜਿਹੜੇ ਸਿਵਲ ਮੁਕੱਦਮੇ ਨੇ ਉਹ ਵੀ ਕਿਹਦੇ ਅੰਡਰ ਆਉਂਦੇ ਨੇ, ਅਗਰ ਅਪੀਲ ਕਰਦੇ ਹਾਂ ਤਾਂ ਹਾਈ ਕੋਰਟ ਅਪੀਲ ਕਰਦਾ ਹੈ ਸੁਪਰੀਮ ਕੋਰਟ ਨੂੰ ਤਾਂ ਉਹ ਵੀ ਫੈਸਲਾ ਕੌਣ ਕਰਦਾ ਹੈ, ਸੁਪਰੀਮ ਕੋਰਟ ਹੀ ਕਰਦੀ ਹੈ। ਫੌਜਦਾਰੀ ਕ੍ਰਿਮੀਨਲ ਕੇਸਿਸ ਜਿਹੜੇ ਹੈਗੇ ਨੇ ਅਗਰ ਉਹ ਹਾਈ ਕੋਰਟ ਅਪੀਲ ਕਰਦੀ ਹੈ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਲੜੇ ਜਾਣੇ ਚਾਹੀਦੇ ਤਾਂ ਉਹ ਵੀ ਫੈਸਲੇ ਜਿਹੜੇ ਹੈਗੇ ਨੇ ਸੁਪਰੀਮ ਕੋਰਟ ਦੇ ਵਿੱਚ ਲੜਦੀ ਹੈ। ਵਿਸ਼ੇਸ਼ ਅਪੀਲਾਂ ਸੁਣਨ ਦਾ ਅਧਿਕਾਰ, ਯਾਨੀ ਕਿ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ਕਿ ਕੋਈ ਵੀ ਮੁਕੱਦਮਾ ਹੇਠਲੀ ਅਦਾਲਤਾਂ ਦੇ ਫੈਸਲੇ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ, ਯਾਨੀ ਕਿ ਅਗਰ ਕੋਈ ਫੈਸਲਾ, ਅਗਰ ਕੋਈ ਪਰਸਨ ਜਿਹੜਾ ਹੈਗਾ ਉਹ ਹਾਈ ਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੈ ਤਾਂ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਜਿਹੜੀ ਅਪੀਲ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਉਹ ਕਰ ਸਕਦਾ ਹੈ। ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਦੇ ਵਿਰੁੱਧ ਅਪੀਲਾਂ ਸੁਣਨ ਦਾ ਅਧਿਕਾਰ, ਉਹੀ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਅਗਰ ਕੋਈ ਹਾਈ ਕੋਰਟ ਜਾਂ ਹੇਠਲੀ ਅਦਾਲਤਾਂ ਤੋਂ ਕਿਸੇ ਵਿਅਕਤੀ ਨੂੰ ਨਿਆਂ ਨਹੀਂ ਮਿਲਦਾ ਹੈਗਾ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਦਰਖਾਸਤ ਕਰ ਸਕਦਾ ਹੈ। ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਹੈਗਾ ਉਹ ਆਖਰੀ ਫੈਸਲਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਮਹੱਤਵਪੂਰਨ ਕੰਮ ਹੈ। ਨੰਬਰ 1 ਸੰਵਿਧਾਨ ਦੀ ਰਾਖੀ ਕਰਨਾ, ਯਾਨੀ ਕਿ ਇਹ ਦੇਖਣਾ ਕਿ ਪੂਰੀ ਜੁਡੀਸ਼ਰੀ ਦਾ ਕੰਮ, ਪੂਰੀ ਨਿਆਂਪਾਲਿਕਾ ਦਾ ਕੰਮ ਅਕੋਰਡਿੰਗ ਟੂ ਦ ਕੌਂਸਟੀਟਿਊਸ਼ਨ ਚੱਲ ਰਿਹਾ ਹੈ ਜਾਂ ਨਹੀਂ, ਇਹ ਕੰਮ ਕੌਣ ਦੇਖਦਾ ਹੈ, ਸਾਡੀ ਸੁਪਰੀਮ ਕੋਰਟ ਦੇਖਦੀ ਹੈ। ਸੰਵਿਧਾਨ ਦੀ ਵਿਆਖਿਆ ਕਰਨਾ, ਅਗਰ ਕਿਸੇ ਕੇਸ ਦੇ ਵਿੱਚ ਇਹ ਲੋੜ ਪੈ ਜਾਵੇ ਕਿ ਸੰਵਿਧਾਨ ਦੀ ਵਿਆਖਿਆ ਕਰਨ ਦੀ ਲੋੜ ਹੈ ਜਾਂ ਉਹਨੂੰ ਡੀਪਲੀ ਪੜ੍ਹਨ ਦੀ ਲੋੜ ਹੈਗੀ ਆ ਤਾਂ ਉਸ ਦਾ ਫੈਸਲਾ ਵੀ ਕੌਣ ਕਰਦੀ ਹੈ, ਸੁਪਰੀਮ ਕੋਰਟ ਕਰਦੀ ਹੈ। ਸਲਾਹਕਾਰੀ ਕੰਮ, ਆਪਣੀਆਂ ਹੇਠਲੀਆਂ ਅਦਾਲਤਾਂ ਨੂੰ ਸਲਾਹ ਦੇਣਾ, ਰਾਸ਼ਟਰਪਤੀ ਨੂੰ ਅਗਰ ਇਹ ਲੱਗੇ ਕਿ ਮੈਨੂੰ ਕਿਸੇ ਚੀਜ਼ ਦੇ ਵਿੱਚ ਕੋਈ ਕਾਨੂੰਨੀ ਸਲਾਹ ਦੀ ਲੋੜ ਹੈ ਤਾਂ ਉਹ ਸਾਰੇ ਪਰਾਮਰਸ਼ੀ ਕੰਮ ਜਿਹੜੇ ਹੈਗੇ ਨੇ, ਐਡਵਾਈਜ਼ਰੀ ਫੰਕਸ਼ਨ ਜਿਹੜੇ ਹੈਗੇ ਨੇ ਉਹ ਸੁਪਰੀਮ ਕੋਰਟ ਕਰਦੀ ਹੈ। ਆਪਣੇ ਫੈਸਲਿਆਂ ਨੂੰ ਮੁੜ ਵਿਚਾਰਨ ਦਾ ਅਧਿਕਾਰ, ਅਗਰ ਕੋਈ ਆਪਣੇ ਵੱਲੋਂ ਸੁਪਰੀਮ ਕੋਰਟ ਨੇ ਫੈਸਲਾ ਲੈ ਲਿਆ ਹੈ ਔਰ ਅਗਰ ਦੁਬਾਰਾ ਉਸ 'ਤੇ ਮੁੜ ਵਿਚਾਰ ਕਰਨਾ ਚਾਹੁੰਦੀ ਹੈ ਤਾਂ ਵੀ ਸੁਪਰੀਮ ਕੋਰਟ ਜਿਹੜੀ ਹੈਗੀ ਹੈ ਉਸ 'ਤੇ ਕਰ ਸਕਦੀ ਹੈ। ਪ੍ਰਮਾਣੀ ਅਦਾਲਤ ਦੇ ਰੂਪ ਦੇ ਵਿੱਚ, ਯਾਨੀ ਕਿ ਕੋਰਟ ਆਫ ਰਿਕਾਰਡ, ਯਾਨੀ ਕਿ ਜਿੰਨਾ ਵੀ ਸਾਰਾ ਰਿਕਾਰਡ ਹੈ ਅਦਾਲਤਾਂ ਦੇ, ਜੋ ਵੀ ਫੈਸਲੇ ਆਉਂਦੇ ਨੇ, ਹਰ ਇੱਕ ਕਿਸੇ ਤਰ੍ਹਾਂ ਦਾ ਲੀਗਲ ਡਾਕੂਮੈਂਟ ਹੈ ਜਾਂ ਲੀਗਲ ਰਿਕਾਰਡ ਹੈ ਉਹ ਵੀ ਕੌਣ ਰੱਖਦਾ ਹੈ, ਸੁਪਰੀਮ ਕੋਰਟ ਕਰਦਾ ਹੈ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜਿਆਂ ਦੇ ਲਈ ਫੈਸਲਾ ਸਿਰਫ ਔਰ ਸਿਰਫ ਸੁਪਰੀਮ ਕੋਰਟ ਕਰਦੀ ਹੈ। ਮੁਕੱਦਮਿਆਂ ਨੂੰ ਤਬਦੀਲ ਕਰਨ ਦਾ ਫੈਸਲਾ, ਅਗਰ ਕੋਈ ਮੁਕੱਦਮਾ ਕਿਸੇ ਦੂਸਰੇ ਕਾਲ ਦੇ ਵਿੱਚ ਆਉਂਦਾ ਹੈ, ਦੂਸਰੇ ਕੇਸਿਸ ਦੇ ਵਿੱਚ ਆਉਂਦਾ ਤਾਂ ਉਹਨਾਂ ਮੁਕੱਦਮਿਆਂ ਨੂੰ ਟ੍ਰਾਂਜੈਕਸ਼ਨ ਜਿਹੜੀ ਹੈਗੀ ਹੈ ਉਹ ਵੀ ਕੌਣ ਕਰਦਾ ਹੈ, ਸੁਪਰੀਮ ਕੋਰਟ ਕਰਦੀ ਹੈ। ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ, ਪਾਵਰ ਆਫ ਜੁਡੀਸ਼ੀਅਲ ਰਿਵਿਊ। ਜੁਡੀਸ਼ੀਅਲ ਰਿਵਿਊ ਦਾ ਮਤਲਬ ਹੈ ਕਿ ਅਗਰ ਸੁਪਰੀਮ ਕੋਰਟ ਇਹ ਵੀ ਦੇਖਦੀ ਹੈ ਕਿ ਕਿਆ ਵਿਧਾਨ ਪਾਲਿਕਾ ਦੁਆਰਾ ਬਣਾਇਆ ਗਿਆ ਕਾਨੂੰਨ ਅਤੇ ਕਾਰਜਪਾਲਿਕਾ ਦੁਆਰਾ ਲਾਗੂ ਕੀਤਾ ਗਿਆ ਕਾਨੂੰਨ ਅਕੋਰਡਿੰਗ ਟੂ ਦ ਕੌਂਸਟੀਟਿਊਸ਼ਨ ਹੈ ਜਾਂ ਨਹੀਂ ਹੈ, ਠੀਕ ਹੈ, ਤਾਂ ਉਹਨੂੰ ਦੇਖਦੀ ਹੈ। ਅਗਰ ਕੋਈ ਉਹ ਕਾਨੂੰਨ ਜਿਹੜਾ ਹੈਗਾ ਅਕੋਰਡਿੰਗ ਟੂ ਦ ਕੌਂਸਟੀਟਿਊਸ਼ਨ ਨਹੀਂ ਹੈ ਤਾਂ ਉਸ ਨੂੰ ਰੱਦ ਕਰਨ ਦਾ ਅਧਿਕਾਰ ਵੀ ਸੁਪਰੀਮ ਕੋਰਟ ਦੇ ਕੋਲ ਹੈ। ਲੇਕਿਨ ਬੇਟਾ ਇੱਥੇ ਇਹ ਗੱਲ ਦੇਖਣਯੋਗ ਹੈ ਕਿ ਸੁਪਰੀਮ ਕੋਰਟ ਇਸ ਦਾ ਫੈਸਲਾ ਆਪਣੇ ਆਪ ਨਹੀਂ ਕਰ ਸਕਦੀ, ਠੀਕ ਹੈ। ਅਗਰ ਉਹ ਜਦ ਤੱਕ ਇਹ ਫੈਸਲਾ ਨਹੀਂ ਕਰ ਸਕਦੀ ਕਿ ਅਕੋਰਡਿੰਗ ਟੂ ਦ ਕੌਂਸਟੀਟਿਊਸ਼ਨ ਹੈ ਜਾਂ ਨਹੀਂ ਹੈ, ਜਦ ਤੱਕ ਉਹਨੂੰ ਕੋਈ ਆਦਮੀ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਜਿਹੜਾ ਹੈਗਾ ਉਹ ਚੈਲੰਜ ਨਾ ਕਰੇ। ਯੂ ਸਪੋਜ਼ ਦੈਟ ਅਗਰ ਕੋਈ ਝਗੜਾ ਹੈ, ਕਿਸੇ ਦੋ ਦੇ ਵਿੱਚ ਝਗੜਾ ਹੈ, ਅਗਰ ਮੈਂ ਉਸ ਦਾ ਫੈਸਲਾ ਕਰਨਾ ਹੈ ਤਾਂ ਜਦ ਤੱਕ ਉਹ ਝਗੜਾ ਮੇਰੇ ਕੋਲ ਨਹੀਂ ਆਉਂਦਾ ਹੈ, ਠੀਕ ਹੈ, ਮੇਰੀ ਕੁਛ ਸ਼ਿਕਾਇਤ ਕੋਈ ਨਹੀਂ ਆਉਂਦੀ ਤਾਂ ਮੈਂ ਉਹਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਸਕਦੀ, ਠੀਕ ਹੈ। ਉਸ ਤੋਂ ਬਾਅਦ ਹੈ ਬੇਟਾ ਐਡਮਿਨਿਸਟ੍ਰੇਸ਼ਨ ਫੰਕਸ਼ਨ, ਪ੍ਰਬੰਧਕੀ ਕਾਰਜ। ਸੁਪਰੀਮ ਕੋਰਟ ਕਿਸੇ ਵੀ ਵਿਅਕਤੀ ਨੂੰ ਅਦਾਲਤ ਦੇ ਵਿੱਚ ਹਾਜ਼ਰ ਹੋਣ ਲਈ, ਕਾਗਜ਼ ਪੇਸ਼ ਕਰਨ ਲਈ ਕਹਿ ਸਕਦੀ ਹੈ। ਮਤਲਬ ਇਹ ਸਾਰੇ ਜਿਹੜੇ ਫੁਟਕਲ ਕੰਮ ਹੈ, ਕੋਈ ਵੀ ਸੁਪਰੀਮ ਕੋਰਟ ਜੱਜਿਸ ਦੀ ਨਿਯੁਕਤੀ ਜਿਹੜੀ ਹੈਗੀ ਆ ਉਹ ਆਪਣੇ ਅੰਡਰ ਕਰ ਸਕਦੀ ਹੈ। ਸੋ ਇਹ ਸਾਰੇ ਜਿਹੜੇ ਫੁਟਕਲ ਕੰਮ ਨੇ ਇਹ ਵੀ ਜਿਹੜੇ ਹੈਗੇ ਨੇ ਸੁਪਰੀਮ ਕੋਰਟ ਦੇ ਅੰਡਰ ਆਉਂਦੇ ਨੇ। ਇਹ ਬੇਟਾ ਹੈਗਾ ਤੁਹਾਡਾ ਸੁਪਰੀਮ ਕੋਰਟ ਦੀ ਕੰਪੋਜੀਸ਼ਨ, ਸੁਪਰੀਮ ਕੋਰਟ ਦੇ ਫੰਕਸ਼ਨਸ ਜਿਹੜੇ ਇੱਕ ਹੈਗੇ ਨੇ। ਇਸ ਤੋਂ ਇਲਾਵਾ ਅਗਰ ਕੋਈ ਵੀ ਤੁਹਾਨੂੰ ਕੁਛ ਵੀ ਨਹੀਂ ਸਮਝ ਆਉਂਦਾ ਹੈਗਾ ਤਾਂ ਤੁਸੀਂ ਪਰਸਨਲੀ ਜਾਂ ਫਿਰ WhatsApp ਦੇ ਥਰੂ ਮੇਰੇ ਤੋਂ ਪੁੱਛ ਸਕਦੇ ਹੋ। ਤੁਹਾਡਾ ਮੇਨ ਕੰਮ ਇਹ ਹੈ ਕਿ ਸੁਪਰੀਮ ਕੋਰਟ ਦਾ ਇਹ ਸਾਰਾ ਚੈਪਟਰ, ਇਹ ਸਾਰਾ ਕਰਨ ਤੋਂ ਬਾਅਦ ਤੁਸੀਂ ਮੈਨੂੰ ਲਿਖ ਕੇ ਵੀ ਭੇਜੋ
ਪੁੱਛੋਗੇ ਕਿ ਹੂ ਇਜ਼ ਦ ਜੱਜ ਆਫ ਦ ਸੁਪਰੀਮ ਕੋਰਟ ਇਨ ਇੰਡੀਆ। ਠੀਕ ਹੈ, ਸਾਰਾ ਤੁਸੀਂ ਮੈਨੂੰ ਇਹ ਪ੍ਰੋਪਰ ਨੋਟਸ ਬਣਾ ਕੇ ਇਹਦੇ ਸੈਂਡ ਕਰੋਗੇ। ਉਸ ਤੋਂ ਬਾਅਦ ਮੈਂ ਚੈੱਕ ਕਰੂੰਗੀ ਅਤੇ ਉਸ ਤੋਂ ਬਾਅਦ ਅਗਰ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਪੁਆਇੰਟਸ ਨਹੀਂ ਸਮਝ ਆਉਂਦਾ ਹੈ, ਦੇ ਕੈਨ ਕਾਲ ਮੀ ਔਰ ਮੈਸੇਜ ਕਰਕੇ ਵੀ ਮੈਨੂੰ ਜਿਹੜਾ ਹੈਗਾ ਇਸ ਦਾ ਹੱਲ ਪੁੱਛ ਸਕਦੇ ਹੋ। ਇਹ ਹੈ ਬੇਟਾ ਸੁਪਰੀਮ ਕੋਰਟ, ਅਤੇ ਕੱਲ੍ਹ ਆਪਾਂ ਕਰਾਂਗੇ ਇੰਡੀਪੈਂਡੈਂਸ ਆਫ ਜੁਡੀਸ਼ਰੀ। ਓਕੇ।